सत श्री अकाल दोस्तों, तुम देख रहे हो लोकरन चैनल पंजाबी ते मैं सुखविंदर शेरगिल। प्रोग्राम सीधे सवाल दे विच हार्दिक स्वागत है। जिवें कि तुहानूं पता है कि इस प्रोग्राम दे विच जरूरी ते वड्डियां खबरां ते चर्चा करदे हां ते अज दीयां जिहड़ियां वड्डियां खबरां ओह इह ने कि सिमरजीत सिंह बैंस होरां ने खसखस दी खेती दी हमायत कीती है ते विधान सभा दे विच प्राइवेट मैंबर राही बिल लिआउण दी जिहड़ी मंग कीती गई है ते दूसरे पासे मुजफ्फरनगर दे विच महा पंचायत है जिहड़ी ओह किसानां दी होण जा रही है। एक बार फिर तो टकैत ते चड़ूनी साहब एक दूजे दे असहमत हुंदे होए दिखाई दे रहे ने ते दर्शनपाल होरां ने हरियाणा दे विच जिन्ने भी किसान ने उन्हां ते बिना शर्त जिहड़े परचे पाए गए ने उन्हां नूं रद्द करन दी मंग कीती है। इन्हां सारीआं खबरां ते चर्चा करांगे ते चर्चा करन दे लई साडे नाल जुड़ चुके ने प्रोफैसर रण सिंह धालीवाल। धालीवाल साहब बहुत बहुत स्वागत है जी तुहाडा। मेहरबानी जी, मेहरबानी। सारे ਸਰੋਤਿਆਂ ਨੂੰ ਤੁਹਾਡੇ माध्यम राही सत श्री अकाल जी। धालीवाल साहब, सब तो पहला सवाल यही है कि सिमरजीत सिंह बैंस होरां ने सिद्धे रूप दे विच खसखस की खेती की हमायत की है। इस तो पहला डॉक्टर गांधी भी इस खेती की हमायत कर चुके ने ते हुण जिहड़ा बिल है वह भी विधान सभा दे विच लिआउण दी जिहड़ी मंग की जा रही है, तुसीं किस तरह देखदे हो? मैनूं ये लग रहा है कि जो मंग डॉक्टर गांधी ने की सी ਉਹ बड़ी लॉजिकल ਤੇ ਦਲੀਲਪੂਰਨ ਸੀ, ਕਿਉਂਕਿ ਡਾਕਟਰ ਗਾਂਧੀ ਇੱਕ ਡਾਕਟਰ ਵੀ ਨੇ। ਉਹ ਇਹ ਨਸ਼ਿਆਂ ਨੂੰ ਅਫੀਮ ਤੇ ਖਸਖਸ ਦਾ ਜਿਹੜਾ ਉਤਪਾਦਨ ਹੈ ਇਹਨੂੰ ਦਵਾਈਆਂ ਦੇ ਰੂਪ ਵਿੱਚ ਦੇਖਦੇ ਸੀ। ਔਰ ਦੂਸਰਾ ਉਹ ਇਹ ਲੌਜਿਕ ਦਿੰਦੇ ਸੀ ਕਿ ਅਗਰ ਇਹ ਖੇਤੀ ਆਪਾਂ ਸ਼ੁਰੂ ਕਰਦੇ ਹਾਂ ਜਾਂ ਹੁੰਦੀ ਹੈ ਇਹ ਖੇਤੀ ਤੇ ਸ਼ਾਇਦ ਖਰਚਾ ਘੱਟ ਆਵੇਗਾ ਅਤੇ ਦਵਾਈਆਂ ਦੇ ਰੂਪ 'ਚ ਜਦੋਂ ਆਪਾਂ ਉਹਨੂੰ ਕੋਈ ਸੀਮਾ ਲਗਾ ਕੇ ਜਾਂ ਮਤਲਬ ਕੰਟਰੋਲ ਨਿਯਮ ਲਗਾ ਕੇ ਉਹਨੂੰ ਸੇਲ ਕਰਾਂਗੇ, ਵੇਚਾਂਗੇ, ਸਰਕਾਰ ਖਰੀਦੇਗੀ, ਤਦ ਉਸ ਨਾਲ ਕਿਸਾਨਾਂ ਨੂੰ ਕੁਝ ਫਾਇਦਾ ਹੋਏਗਾ। ਪਰੰਤੂ ਮੈਨੂੰ ਇਹ ਲੱਗ ਰਿਹਾ ਹੈ ਕਿ ਉਹਨਾਂ ਦੀ ਦਲੀਲ ਬਹੁਤ ਜਿਹੜੀ ਲੌਜੀਕਲ ਸੀ, ਪ੍ਰਭਾਵਪੂਰਨ ਸੀ। ਇਹ ਦਲੀਲ ਜਿਹੜੀ ਕਰ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਉਸ ਐਂਗਲ ਤੋਂ ਲੈ ਰਹੇ ਨੇ। ਇਹ ਸਿਰਫ ਲੋਕਾਂ ਦੇ ਵਿੱਚ ਜਿਹੜਾ ਪਾਪੂਲਰਿਜ਼ਮ ਉਹ ਹੈ ਉਹਨੂੰ बढ़ावा देने ਲਈ ਵੀ ਜਦੋਂ ਮੈਂ ਇਹ ਮੰਗ ਕਰੂੰਗਾ ਲੋਕ ਮੈਨੂੰ ਇਹ ਸਮਝਣਗੇ ਕਿ ਜੀ ਬਹੁਤ बैंस ਸਾਹਿਬ ਨੇ ਕਮਾਲ ਦਾ ਮਾਰਕਾ ਮਾਰਤਾ ਜੀ, ਇਹ ਸਾਡੇ ਬਹੁਤ ਫਾਇਦੇ 'ਚ ਨੇ। ਦੂਜਾ ਮੇਰਾ ਪਰਸਨਲ ਵਿਊ ਇਹ ਹੈ ਵੀ ਇਹ ਖੇਤੀ ਕਰਨ ਜਾਂ ਨਾ ਕਰਨ ਬਾਰੇ ਇਹ ਇੱਕ ਵੱਡੀ ਬਹਿਸ ਦਾ ਮੁੱਦਾ ਹੈ। ਹਾਲੇ ਤੇ ਡਿਸੀਜਨ ਤੇ ਆ ਜਾਣਾ ਵੀ ਇਹ ਖੇਤੀ ਕਰਨੀ ਅਲਾਓ ਕਰ ਦੇਣੀ ਚਾਹੀਦੀ ਹੈ, ਮੈਨੂੰ ਲੱਗਦਾ ਕਿ ਇਹ ਆਪਦੇ ਆਪ 'ਚ ਇੱਕ ਔਖਾ ਕੰਮ ਹੈ। ਇਸੇ ਕਰਕੇ ਮੈਂ ਗੱਲ ਕਹਿਣਾ ਕਿ ਡਾਕਟਰ ਗਾਂਧੀ ਨੇ ਜਦੋਂ ਇਹ ਮੰਗ ਕੀਤੀ ਸੀ ਇਹ ਲੌਜੀਕਲ ਸੀ ਤੇ ਡਾਕਟਰ ਗਾਂਧੀ ਇਸ ਤਰ੍ਹਾਂ ਦੇ ਨੇਤਾ ਸੀ ਜਿਹੜੇ ਇਹ ਚੀਜ਼ ਦੀ ਹਮਾਇਤੀ ਸੀ ਕਿ ਵਿਚਾਰ ਕਿਸੇ ਦਾ ਕੁਝ ਵੀ ਹੋਵੇ ਉਸ ਤੇ ਬਹਿਸ ਹੋਣੀ ਚਾਹੀਦੀ ਹੈ ਤਾਂ ਕਿ ਬਹਿਸ ਹੋਣ ਉਪਰੰਤ ਉਹਦੇ ਜਿਹੜੇ ਦੋਵੇਂ ਪੱਖ ਫਾਇਦੇ ਵਾਲੇ ਨੁਕਸਾਨ ਵਾਲੇ ਉਹ ਵਿਚਾਰਨ ਉਪਰੰਤ ਕੋਈ ਫੈਸਲਾ ਲੈ ਲਿਆ ਜਾਵੇ। ਕਿਉਂਕਿ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜੇ ਸਿਮਰਜੀਤ ਬੈਂਸ ਨੇ ਜਾਂ ਦੋਵੇਂ ਬੈਂਸ ਭਰਾ ਨੇ ਉਹ ਉਹਨਾਂ ਦੀ ਵਿਅਕਤੀਗਤ ਤੌਰ ਤੇ ਜਿਹੜੀ ਉਹਨਾਂ ਦੀ ਪਰਫਾਰਮੈਂਸ ਹੈ, 2 ਵਾਰੀ ਇਲੈਕਸ਼ਨਾਂ ਜਿੱਤ ਗਏ, ਇਹ ਵੱਡੀ ਗੱਲ ਹੈ। ਪਰ ਪੰਜਾਬ ਤੋਂ ਬਾਹਰ ਹੋਰ ਕਿਤੇ ਉਹ ਫੈਲ ਨਹੀਂ ਰਹੇ, ਹੋਰ ਕਿਸੇ ਕੰਸਟੀਚੁਐਂਸੀ 'ਚ ਉਹਨਾਂ ਦਾ ਆਧਾਰ ਕੋਈ ਬਹੁਤਾ ਬਣ ਨਹੀਂ ਰਿਹਾ। ਮੈਨੂੰ ਇਹ ਲੱਗ ਰਿਹਾ ਕਿ ਉਸ ਦੇ ਵਿੱਚੋਂ ਹੋ ਸਕਦਾ ਪਾਪੂਲਰਿਜ਼ਮ ਦਾ ਸਹਾਰਾ ਲੈ ਕੇ ਉਹਨਾਂ ਨੂੰ ਲੱਗਦਾ ਹੋਵੇ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਅਸੀਂ ਆਪਣਾ ਜਿਹੜਾ ਪਸਾਰ ਹੈ ਰਾਜਨੀਤਿਕ ਪਸਾਰ ਹੋਰ ਖੇਤਰਾਂ 'ਚ ਕਰ ਸਕੀਏ, ਕੋਈ 2-4 ਕੰਸਟੀਚੁਐਂਸੀਆਂ 'ਚ ਹੋਰ ਆਪਣਾ ਪ੍ਰਭਾਵ ਵਧਾ ਸਕੀਏ ਇਸ ਗੱਲ ਨਾਲ। ਹੋਰ ਮੈਨੂੰ ਇਹਦੇ ਵਿੱਚ ਕੋਈ ਬਾਹਲੀ ਗੱਲ ਨਹੀਂ ਲੱਗਦੀ, ਨਾ ਹੀ ਸਿਮਰਜੀਤ ਸਿੰਘ ਦਾ ਸਿਮਰਜੀਤ ਬੈਂਸ ਦਾ ਭਾਵ ਮੇਰਾ ਸਿਮਰਜੀਤ ਦੂਜੇ ਵੀ ਨੇ, ਸਿਮਰਜੀਤ ਬੈਂਸ ਦਾ ਐਡਾ ਕੋਈ ਪ੍ਰਭਾਵ ਹੈ ਕਿ ਉਹਦਾ ਇੱਕਦਮ ਪੰਜਾਬ ਦੇ ਵਿੱਚ ਕੋਈ ਬਹੁਤ ਸਿਆਸਤ ਹਿਲਾ ਦੇਣ ਵਾਲੀ ਪਰਸਨੈਲਿਟੀ ਹੈ। ਹਾਂ, 2 ਕੰਸਟੀਚੁਐਂਸੀਆਂ ਉਹ ਨੇ, ਹੋਰ ਲੁਧਿਆਣੇ ਦੀਆਂ 2-3-4 ਹੋ ਸਕਦੀਆਂ ਨੇ ਜਿਨ੍ਹਾਂ 'ਚ ਮਾੜਾ ਮੋਟਾ ਪ੍ਰਭਾਵ ਉਹ ਰੱਖਦੇ ਹੋਣ। ਇਸ ਤੋਂ ਜ਼ਿਆਦਾ ਹੱਲ ਦੀ ਘੜੀ ਕੋਈ ਬਹੁਤਾ ਦਿਖਾਈ ਨਹੀਂ ਦਿੰਦਾ, ਇਹੀ ਲੱਗਦਾ ਮੈਨੂੰ। ਅੱਛਾ ਧਾਲੀਵਾਲ ਸਾਹਿਬ, ਇੱਕ ਹੋਰ ਜਿਹੜੀ ਰੈਲੀ ਹੈ ਕਿਸਾਨਾਂ ਵੱਲੋਂ ਮਹਾ ਪੰਚਾਇਤ ਹੈ ਯੂਪੀ ਦੀਆਂ ਚੋਣਾਂ ਤੋਂ ਪਹਿਲਾਂ ਹੀ ਮੰਨਿਆ ਜਾ ਰਿਹਾ ਕਿ ਬਹੁਤ ਵੱਡੀ ਮਹਾ ਪੰਚਾਇਤ ਰੈਲੀ ਹੋਣ ਵਾਲੀ ਹੈ ਤੇ ਜਿਸ ਤਰ੍ਹਾਂ ਬੰਗਾਲ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਇਲੈਕਸ਼ਨਾਂ ਦੇ ਵਿੱਚ ਵੱਡੀ ਭੂਮਿਕਾ ਕਿਸਾਨਾਂ ਦੀ ਰਹੀ ਤੇ ਹੁਣ ਯੂਪੀ ਦੇ ਵਿੱਚ ਮੰਨਿਆ ਜਾ ਰਿਹਾ ਕਿ ਉਸ ਰੈਲੀ ਦੀ ਭੂਮਿਕਾ ਰਹਿਣ ਵਾਲੀ ਹੈ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਮੈਂ ਇਹਨੂੰ 2 ਭਾਗਾਂ 'ਚ ਵੰਡ ਕੇ ਐਨਾਲਿਸਿਸ ਕਰੂੰਗਾ। ਇੱਕ ਭਾਗ ਤਾਂ ਇਹ ਕਿ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਰਹੀ ਕਿ ਹਰਿਆਣਾ ਤੇ ਜਿਹੜੀ ਇਹ ਯੂਪੀ ਦਾ ਕਿਸਾਨਾਂ ਵਾਲਾ ਟਕੈਤ ਵਾਲਾ ਹਿੱਸਾ ਹੈ ਜਿਹੜਾ
ਜਿੱਥੇ ਚੌਧਰੀ ਚਰਨ ਸਿੰਘ ਦਾ ਪ੍ਰਭਾਵ ਸੀਗਾ, ਚੌਧਰੀ ਅਜੀਤ ਸਿੰਘ ਦਾ ਪ੍ਰਭਾਵ ਸੀ, ਜਾਂ ਅੱਗੇ ਜਯੰਤ ਚੌਧਰੀ ਆ ਗਿਆ। ਇੱਥੇ ਜਿਹੜਾ ਕਿਸਾਨਾਂ ਦਾ ਵਿਸ਼ੇਸ਼ ਪ੍ਰਭਾਵ ਹੈ ਸਾਰੇ ਯੂਪੀ 'ਚ ਹੀ ਉਹਨਾਂ ਦਾ ਪ੍ਰਭਾਵ। ਇਸ ਏਰੀਏ 'ਚ ਜਿੱਥੇ ਜਿੱਥੇ ਪੰਚਾਇਤ ਹੋਈ ਹੈ ਔਰ ਜਿਸ ਕਿਸਮ ਨਾਲ ਆਪ ਮੁਹਾਰੇ ਲੋਕ ਉਮੜ ਕੇ ਆਏ ਨੇ, ਹਰਿਆਣੇ ਵਿੱਚ ਵੀ ਯੂਪੀ ਵਿੱਚ ਵੀ, ਉਹਦੇ ਵਿੱਚ ਕੋਈ, ਜਿਹਨੂੰ ਤੁਸੀਂ ਈਸਟਰਨ ਯੂਪੀ ਕਹਿੰਦੇ ਹੋ, ਉਹਦੇ ਵਿੱਚ ਕੋਈ ਦੋ ਰਾਇਆਂ ਹੈ ਹੀ ਨਹੀਂ ਕਿ ਇੰਨਾ ਇਕੱਠ ਕਰ ਸਕਦੇ ਨੇ ਉਹ, ਜਿੰਨਾ ਆਪਾਂ ਸੋਚ ਸਕਦੇ ਹਾਂ ਉਸ ਤੋਂ ਵੱਧ। ਇਸ ਗੱਲ ਨੇ ਸਾਡੇ ਜਿਹੜੇ ਰਾਜਨੀਤੀਵਾਨ ਨੇ, ਵੱਖ-ਵੱਖ ਪਾਰਟੀਆਂ ਵਾਲੇ, ਉਹਨਾਂ ਨੂੰ ਤੰਗ ਕੀਤਾ ਹੈ, ਵਿਸ਼ੇਸ਼ ਤੌਰ ਤੇ ਤੰਗ ਕੀਤਾ ਹੈ ਆਪਣੇ ਬੀਜੇਪੀ ਨੂੰ ਜਾਂ ਮੋਦੀ ਜੀ ਨੂੰ ਜਾਂ ਜੋਗੀ ਜੀ ਨੂੰ, ਕਿਉਂਕਿ ਇਹਨਾਂ ਦਾ ਜਿਹੜਾ ਸਟੇਕ ਹੈ, ਜਿਹੜਾ ਇਹਨਾਂ ਦਾ ਉਹ 'ਚ ਦਾਅ ਤੇ ਲੱਗੀ ਹੈ ਆਪਣੀ, ਇਹਨਾਂ ਦਾ ਵਿਅਕਤੀਤਵ, ਉਹ ਬੜਾ ਜ਼ਿਆਦਾ ਖਤਰੇ 'ਚ ਦਿਖਾਈ ਦੇ ਰਿਹਾ ਹੈ। ਇਸ ਕਰਕੇ ਉਹਨੂੰ ਰੋਕਣ ਲਈ ਇਹ ਆਨੇ ਬਹਾਨੇ ਬਹੁਤ ਯਤਨ ਵੀ ਕਰਨਗੇ, ਕਰਦੇ ਰਹਿਣਗੇ। ਔਰ ਉਹਦੇ ਨਾਲ ਇਹ ਵੀ ਲੱਗ ਗਿਆ ਹੁਣ ਕਿ ਜਿੰਨੀ ਕਨਫਰੰਟੇਸ਼ਨ ਆਏਗੀ, ਜਿੰਨੇ ਮਤਭੇਦ ਹੋਣਗੇ, ਉਹਦਾ ਫਾਇਦਾ ਕਿਸਾਨਾਂ ਨੂੰ ਜਾਏਗਾ, ਬੀਜੇਪੀ ਨੂੰ ਫਾਇਦਾ ਨਹੀਂ ਜਾਏਗਾ। ਦੂਸਰਾ, ਉਸ ਹਲਕੇ ਚੋਂ ਜਾਂ ਉਸ ਰੀਜਨ ਚੋਂ, ਇਲਾਕੇ ਜੋ ਕਹਿੰਦੇ ਹਲਕੇ ਤੋਂ ਭਾਵ ਮੇਰਾ, ਉਸ ਇਲਾਕੇ ਚੋਂ ਜਿਹੜੇ ਆਪਣੇ ਉਹ ਮੇਘਾਲਿਆ ਵਾਲੇ ਗਵਰਨਰ ਨੇ ਸ਼੍ਰੀ ਸਤਿਆਪਾਲ ਜੀ ਮਲਿਕ, ਉਹਨਾਂ ਨੇ ਬੜਾ ਖਤਰਨਾਕ ਬਿਆਨ ਫੇਰ ਦਿੱਤਾ। ਹਾਲਾਂਕਿ ਬੋਲੇ ਪਹਿਲਾਂ ਵੀ ਕਿਸਾਨਾਂ ਦੇ ਹੱਕ 'ਚ ਨੇ। ਹੁਣ ਉਹਦੇ ਵਿੱਚ ਦੋ ਤਿੰਨ ਗੱਲਾਂ ਨੇ, ਸਮਝ ਨਹੀਂ ਲੱਗਦੀ ਕਿ ਇਹ ਬੀਜੇਪੀ ਦੀ ਰਣਨੀਤੀ ਹੈ ਜਾਂ ਮਲਿਕ ਸਾਹਿਬ ਦਾ ਦਬੰਗਪਣ ਹੈ। ਇਹਨਾਂ 'ਚੋਂ ਦੋ ਹੀ ਕੋਈ ਵੀ ਗੱਲ ਹੋ ਸਕਦੀ ਹੈ, ਕਿਉਂਕਿ ਇੱਕ ਗਵਰਨਰ ਨੂੰ ਇੰਨਾ ਖੁੱਲ੍ਹ ਕੇ ਸਰਕਾਰ ਦੇ ਖਿਲਾਫ ਬੋਲਣਾ ਜਾਂ ਸਰਕਾਰ ਦੇ ਖਿਲਾਫ ਜਿਹੜੇ ਲੋਕ ਰਾਜਨੀਤੀ ਕਰ ਰਹੇ ਨੇ ਉਹਨਾਂ ਦੇ ਹੱਕ 'ਚ ਬੋਲਣਾ, ਇਹ ਮੇਰੀ ਸਮਝ ਤੋਂ ਇੱਕਦਮ ਪਰੇ ਹੈ। ਇੰਨਾ ਸੌਖਾ ਨਹੀਂ ਹੈਗਾ। ਮੈਂ ਇਹਨੂੰ ਇਸੇ ਤਰ੍ਹਾਂ ਦੇਖਦਾ ਕਿ ਜਾਂ ਤਾਂ ਇਹ ਇਹਨਾਂ ਦੀ ਰਣਨੀਤੀ ਹੈ, ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕਿ ਉਹ ਬੀਜੇਪੀ ਦੇ ਵਿੱਚ ਹੀ ਮਲਿਕ ਨੂੰ ਇੱਕ ਨੇਤਾ ਉਭਾਰ ਕੇ ਯੂਪੀ ਦੀ ਕਮਾਂਡ ਸੰਭਾਲ ਦੇਣ, ਜੋਗੀ ਨੂੰ ਪਿੱਛੇ ਕਰਕੇ, ਕਿਉਂਕਿ ਉਹ ਕਿਸਾਨਾਂ ਦੇ ਹੱਕ 'ਚ ਬੋਲ ਰਹੇ ਨੇ, ਜੇ ਤਾਂ ਵਰਤਿਆ ਜਾ ਸਕਦਾ ਹੈ। ਜਾਂ ਇਹ ਆਪਣੀ ਜਿਹੜੀ ਉਹਨਾਂ ਦੀਆਂ ਐਂਬੀਸ਼ਨਸ ਵੀ ਹੋ ਸਕਦੀਆਂ ਨੇ, ਮਹੱਤਵਕਾਂਖਸ਼ਾ ਉਹਨਾਂ ਦੀ ਖੁਦ ਹੋ ਸਕਦੀ ਹੈ ਕਿ ਮੈਂ ਵੀ ਕਿਸੇ ਤਰ੍ਹਾਂ ਇਸ ਪੋਲੀਟਿਕਸ 'ਚ ਦੁਬਾਰਾ ਐਕਟਿਵ, ਕਿਉਂਕਿ ਪਹਿਲਾਂ ਵੀ ਐਕਟਿਵ ਪੋਲੀਟਿਕਸ 'ਚ ਰਹੇ ਨੇ, ਕਿ ਮੈਂ ਦੁਬਾਰਾ ਐਕਟਿਵ ਪੋਲੀਟਿਕਸ ਦੇ ਵਿੱਚ ਕੁੱਦ ਪਾਵਾਂ। ਜੋ ਕੁਛ ਉਹਨਾਂ ਨੇ ਬੋਲਿਆ ਉਹਦੇ ਵਿੱਚ ਕਿਸਾਨਾਂ ਦੇ ਫੇਵਰ 'ਚ ਬੋਲਿਆ, ਕਿਸਾਨਾਂ 'ਚ ਜ਼ਰੂਰ ਉਹਨਾਂ ਦੀ ਜਿਹੜੀ ਪੈਂਠ ਹੈ ਉਹ ਅੱਛੀ ਬਣੀ ਹੈ। ਸੋ ਇਸ ਕਰਕੇ ਇਹਦੇ ਵਿੱਚੋਂ ਜ਼ਰੂਰੀ ਹੈ, ਇਹਦਾ ਪ੍ਰਭਾਵ ਬੀਜੇਪੀ ਨੂੰ ਦਿਖਾਈ ਦੇ ਰਿਹਾ, ਪਵੇਗਾ ਵੀ। ਇਲੈਕਸ਼ਨ ਕੋਈ ਬਹੁਤੀ ਦੂਰ ਨਹੀਂ ਹੈਗੇ। ਜਿਹੜੀ ਇੱਕ ਸਟਾਰਟ ਤੇ ਤੁਸੀਂ ਗੱਲ ਜੀ ਕਹੀ ਸੀ ਕਿ ਥੋੜੇ ਮਤਭੇਦ ਵੀ ਨੇ ਵਿੱਚ, ਉਹ ਮਤਭੇਦ ਨੂੰ ਮੈਂ ਫਿਰ ਇਹੀ ਗੱਲ ਕਹਿਣਾ ਕਿ ਉਹ ਥੋੜਾ ਬਹੁਤਾ ਤਣਾਅ ਹੈ, ਹਾਲੇ ਮਤਭੇਦ ਉਸ ਕਿਸਮ ਨਾਲ ਦਿਖਾਈ ਨਹੀਂ ਦੇ ਰਹੇ। ਜਿਹੜੇ ਦੇ ਵੀ ਰਹੇ ਨੇ ਕਿਸਾਨ ਨੇਤਾਵਾਂ ਦੇ ਵਿੱਚੋਂ, ਹਾਲੇ ਕਿਸੇ ਇੱਕ ਕਿਸਾਨ ਨੇਤਾ ਦੀ ਇੰਨੀ ਸਮਰੱਥਾ ਨਹੀਂ ਹੈ ਕਿ ਉਹ ਪੂਰੇ ਸੰਯੁਕਤ ਮੋਰਚਾ ਦਾ ਵਿਰੋਧ ਕਰਨ ਦੇ ਸਮਰੱਥ ਹੋਵੇ। ਜੇ ਜਿਹੜਾ ਵੀ ਕੋਈ ਹੋਏਗਾ, ਜਾਂ ਤੇ ਉਹਦੇ ਉੱਤੇ ਇਮੀਡੀਏਟ ਦੋਸ਼ ਲੱਗ ਜਾਏਗਾ ਕਿ ਸਰਕਾਰ ਦਾ ਪਾਲਤੂ ਹੈ, ਜਾਂ ਕਿਸਾਨ ਉਹਨੂੰ ਰਿਜੈਕਟ ਕਰ ਦੇਣਗੇ। ਤੇ ਜੇ ਕਿਸਾਨਾਂ 'ਚੋਂ ਰਿਜੈਕਟ ਹੋ ਗਿਆ ਉਹ, ਤਾਂ ਰਾਜਨੀਤਿਕ ਪਾਰਟੀਆਂ ਨੇ ਉਹਨੂੰ ਕਿਸੇ ਭਾਅ ਤੇ ਖਰੀਦਣਾ ਨਹੀਂ। ਸੋ ਇਸ ਕਰਕੇ ਇਹ ਖਾਸਾ ਟੇਢਾ ਕੰਮ ਹੈ। ਹਾਂ, ਮਤਭੇਦ ਇੱਦਾਂ ਚੱਲਦੇ ਰਹਿਣਗੇ, ਮਤਭੇਦ ਚੱਲਦੇ ਵੀ ਹੁੰਦੇ ਨੇ, ਕਨਫਲਿਕਟ ਰਹਿੰਦੀ ਹੁੰਦੀ ਹੈ ਜਿੱਥੇ ਬੰਦੇ ਇਕੱਠੇ ਨੇ। ਇਹ ਹੈਗਾ ਇਹਦਾ ਇਹ ਪੱਖ। ਇਹ ਸੱਚ ਹੈ ਕਿ ਬਹੁਤ ਵੱਡਾ ਇਕੱਠ, ਮੈਨੂੰ ਨਹੀਂ ਪਤਾ ਕਿੰਨਾ ਇਕੱਠ ਹੋਊਗਾ, ਹਜੇ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਸਭ ਨੂੰ ਡਰ ਇਹ ਹੈ ਕਿ ਆਪ ਮੁਹਾਰੇ ਜਿਸ ਕਿਸਮ ਨਾਲ ਲੋਕ ਆਉਂਦੇ ਨੇ, ਜਿੰਨਾ ਇਕੱਠ ਪਹਿਲਾਂ ਹੋਇਆ ਸੀ ਉਸ ਤੋਂ ਜ਼ਿਆਦਾ ਹੀ ਹੋਣ ਦੇ ਚਾਂਸਸ ਨੇ। ਤੇ ਜੇ ਕਿਸਾਨ ਨੇਤਾ ਥੋੜਾ ਜਿਹਾ ਜ਼ੋਰ ਲਾਉਂਦੇ ਨੇ ਤਾਂ ਇਹ ਰਿਕਾਰਡ ਤੋੜ ਇਕੱਠ ਵੀ ਹੋ ਸਕਦਾ ਹੈ, ਇਹਦੇ ਚਾਂਸਸ ਹੈਗੇ। ਜਿਹੜਾ ਇਸ ਦਾ ਦੂਸਰਾ ਪੱਖ ਮੈਂ ਸਮਝਦਾ, ਇਹ ਕਿਸਾਨ ਪੰਚਾਇਤ ਜਿਹੜੀਆਂ ਪਹਿਲਾਂ ਵੀ ਕੀਤੀਆਂ ਤੇ ਹੁਣ ਵੀ ਹੋ ਰਹੀ ਹੈ, ਇਹਦਾ ਇੱਕ ਕਮਾਲ ਦਾ ਪੱਖ ਇਹ ਹੈ, ਤੁਸੀਂ ਮੀਡੀਆ ਦੇ ਵਿਅਕਤੀ ਹੋ, ਕਿ ਇੱਕ ਗੋਦੀ ਮੀਡੀਆ ਜਿਹਨੂੰ ਤੁਸੀਂ ਆਮ ਅਸੀਂ ਸਭ ਨੇ ਨਾਂ ਦਿੱਤਾ ਹੈ, ਉਹ ਮੀਡੀਆ ਰਾਹੀਂ ਸਰਕਾਰ ਨੇ ਇੱਕ ਆਪਣਾ ਐਸਾ ਵਿਧੀਵਤ ਤਰੀਕੇ ਨਾਲ ਇੱਕ ਢਾਂਚਾ ਉਸਾਰਿਆ ਜਿਹਦੇ ਵਿੱਚ ਜਿਹੜੀ ਖਬਰ ਉਹ ਦੇਣ ਉਹ ਚੱਲੇ, ਜਿਹੜੀ ਉਹ ਨਹੀਂ ਚਾਹੁੰਦੇ ਉਹ ਨਾ ਚੱਲੇ।
ਔਰ 26 ਜਨਵਰੀ ਦੀ ਘਟਨਾ ਨੂੰ ਜਿਸ ਕਿਸਮ ਨਾਲ ਉਹਨਾਂ ਨੇ ਪੋਚਿਆ, ਉਹ ਖਬਰ ਦਿੱਤੀ ਗਈ, ਉਹਦੇ ਨਾਲ ਇਹ ਸਾਬਤ ਕਰਤਾ ਕਿ ਕਿਸਾਨ ਗਲਤ ਸੀ। ਕਿਸਾਨਾਂ ਨੇ ਇੱਕ ਇਹੋ ਜਿਹੇ ਟੋਲੇ ਦਾ, ਗਰੁੱਪ ਦਾ ਸਮਰਥਨ ਕੀਤਾ ਜਿਹੜਾ ਦੇਸ਼ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਕੀ ਸੱਚ ਕੀ ਝੂਠ ਇਹ ਇੱਕ ਹੋਰ ਵਿਵਾਦ ਦਾ ਵਿਸ਼ਾ ਹੈ। ਲੇਕਿਨ ਕਿਸਾਨਾਂ ਨੇ ਆਪਣੀ ਰਣਨੀਤੀ ਬਦਲਦੇ ਹੋਏ ਕਿਸਾਨ ਪੰਚਾਇਤਾਂ ਰਾਹੀਂ ਕਿਸੇ ਮੀਡੀਆ ਦਾ ਸਹਾਰਾ ਨਹੀਂ ਲਿਆ ਤੇ ਉਹਨੂੰ ਆਪਦੇ ਆਪ ਦੇ ਵਿੱਚ ਇੱਕ ਐਡਾ ਵੱਡਾ ਮੀਡੀਆ ਬਣਾ ਲਿਆ ਕਿ ਉਸ ਮੀਡੀਆ ਰਾਹੀਂ ਕਿਸਾਨਾਂ ਦਾ ਸੁਨੇਹਾ ਘਰ ਘਰ ਪਹੁੰਚ ਗਿਆ ਕਿ ਇਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਸੀ, ਇਹ ਸਰਕਾਰ ਦੀ ਗਿਣੀ ਮਿਥੀ ਸਾਜ਼ਿਸ਼ ਸੀ ਤੇ ਸਰਕਾਰ ਨੂੰ ਆਪਦੀ ਚਾਲ ਜਿਹੜੀ ਗੋਦੀ ਮੀਡੀਆ ਨੂੰ ਪਤਾ ਨਹੀਂ ਕੀ ਕੁਛ ਦੇ ਕੇ, ਲਾਲਚ ਦੇ ਕੇ ਖਰੀਦਿਆ ਹੋਏਗਾ, ਉਹ ਸਾਰੀ ਚਾਲ ਤੇ ਮੈਂ ਕਹੂੰਗਾ ਕਿ ਪੁੱਠੀ ਪੈ ਗਈ। ਪੁੱਠੀ ਪੈਣ ਦਾ ਇਨ ਦਾ ਸੈਂਸ ਮੈਂ ਇੱਥੇ ਗੱਲ ਇਹ ਕਹਿ ਰਿਹਾ ਕਿ ਉਹ ਸਾਰਾ ਕੁਝ ਕੰਟਰੋਲ ਕਰਨ ਦੇ ਬਾਵਜੂਦ ਜਿਹੜਾ ਉਹਨਾਂ ਦਾ ਮਨਸਾ ਸੀ ਕਿ ਅਸੀਂ ਆਪਣੀ ਮਰਜ਼ੀ ਮੁਤਾਬਕ ਖਬਰਾਂ ਦੇਵਾਂਗੇ, ਉਹ ਕਾਮਯਾਬ ਨਹੀਂ ਹੋਇਆ। ਜਿਹੜੀ ਕਿਸਾਨਾਂ ਦੀ ਖਬਰ ਹੈ ਇਸ ਤਰੀਕੇ ਨਾਲ ਉਹ ਟਿਕਾਣਿਆਂ ਤੇ ਪਹੁੰਚ ਗਈ ਔਰ ਉਸ ਕਰਕੇ ਅੰਦੋਲਨ 'ਚ ਦੁਬਾਰਾ ਜਾਨ ਪੈ ਗਈ। ਹੁਣ ਅੰਦੋਲਨ ਦੁਬਾਰਾ ਫੇਰ ਵਿਰਾਟ ਰੂਪ ਧਾਰਨ ਕਰ ਗਿਆ ਤੇ ਹੁਣ ਅੱਜ ਫੇਰ ਅੰਦੋਲਨ ਬਿਲਕੁਲ ਜਲੌਚ ਹੈ। ਸਰਕਾਰ ਖਤਰਾ ਭਾਂਪ ਰਹੀ ਹੈ। ਹੁਣ ਇਲੈਕਸ਼ਨ ਇੰਨੀ ਨੇੜੇ ਆ ਗਈ ਹੈ ਕਿ ਸਰਕਾਰ ਨੂੰ ਜਿਹੜੀ ਨੀਤੀ ਹਰਿਆਣੇ 'ਚ ਇਹਨਾਂ ਨੇ ਅਪਣਾ ਕੇ ਦੇਖੀ ਉਹ ਵੀ ਪੁੱਠੀ ਪਈ ਹੈ। ਮਤਲਬ ਉਹਦੇ ਵਿੱਚ ਮੈਂ ਬੜੀ ਹੈਰਾਨੀ ਦੀ ਗੱਲ ਹੈ ਕਿ ਉਹਦੇ ਵਿੱਚ ਖੱਟਰ ਸਾਹਿਬ ਨੇ ਵੀ, ਜਿਹੜੇ ਉੱਥੋਂ ਦੇ ਮਾਨਯੋਗ ਮੁੱਖ ਮੰਤਰੀ ਨੇ ਹਰਿਆਣੇ ਦੇ, ਉਹਨਾਂ ਨੇ ਕਿਹਾ ਕਿ ਜੇ ਸਖਤੀ ਤਾਂ ਕਰਨੀ ਉਹ ਪੈਂਦੀ ਹੈ। ਸਖਤੀ ਤਾਂ ਮਤਲਬ ਟੇਢੇ ਜਿਹੇ ਢੰਗ ਨਾਲ ਉਹਨੂੰ ਕੋਸ਼ਿਸ਼ ਕੀਤੀ ਕਿ ਬਈ ਮੈਂ ਉਹਨੂੰ ਠੀਕ ਕਹਾਂ ਕਿ ਮੇਰੇ ਅਧਿਕਾਰੀਆਂ ਨੇ ਠੀਕ ਕੀਤਾ, ਪਰੰਤੂ ਇਸ ਗੱਲ ਦਾ ਉਹਨਾਂ ਕੋਲੇ ਕੋਈ ਜਵਾਬ ਨਹੀਂ। ਇਹ ਖੱਟਰ ਸਾਹਿਬ ਨੇ ਵੀ ਕਹਿਤਾ ਕਿਉਂ ਜੀ ਕਿ ਪੁਲਿਸ ਨੇ ਵੀ ਕਹਿਤਾ, ਹੋਰ ਅਫਸਰ ਵੀ ਕਹਿਣਗੇ, ਡੀਸੀ ਨੇ ਵੀ ਕਹਿਤਾ, ਚੀਫ ਸੈਕਟਰੀ ਨੇ ਵੀ ਕਹਿਤਾ ਕਿ ਜੀ ਕਿਸਾਨ ਪੱਥਰ ਮਾਰ ਰਹੇ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਵੀ ਸਰਕਾਰ ਨੂੰ ਪਹਿਲਾਂ ਹੀ ਪਤਾ ਸੀ ਵੀ ਕਿ ਕਿਸਾਨ ਅੱਜ ਪਹਿਲਾਂ ਪੱਥਰ ਮਾਰਨਗੇ ਤੇ ਇਸ ਕਰਕੇ ਹੁਣੀ ਪਹਿਲਾਂ ਹੀ ਇਹਨਾਂ ਨੂੰ ਉਹ ਸੂਚਨਾ ਦੇ ਦਿਓ ਕਿ ਤੁਸੀਂ ਸਿਰ ਫੋੜ ਦਿਓ ਉਹਨਾਂ ਦੇ। ਮਤਲਬ ਇਹ ਗੱਲ ਹੈਰਾਨੀ ਦੀ। ਇਹ ਤਾਂ ਉਹਦੀ ਸਵੇਰੇ ਮਾਰਨਿੰਗ ਦੀ ਸਪੀਚ ਆ, ਉਹ ਬੰਦਾ ਖੁਦ ਮੰਨ ਰਿਹਾ ਹੈ ਕਿ ਇਹ ਮੈਂ ਬਰੀਫ ਜਿਹੜਾ ਮਾਰਨਿੰਗ ਕੀਤਾ ਸੀ, ਲੇਕਿਨ ਉਹਦੇ ਵੱਲੋਂ ਇਹ ਮੰਨਿਆ ਗਿਆ ਕਿ ਇਹ ਭਾਗ ਕੁਛ ਕੱਟ ਵੱਢ ਕੇ ਚਲਾਇਆ ਗਿਆ। ਇਹਦਾ ਮਤਲਬ ਜੋ ਸ਼ਬਦ ਵਰਤੇ ਤਾਂ ਸਵੇਰੇ ਨੇ ਨਾ, ਉਹਨੇ ਕਿਤੇ ਸ਼ਬਦ ਨਹੀਂ ਵਰਤੇ ਕਿ ਜੇ ਪੱਥਰ ਮਾਰਨਗੇ ਫਿਰ ਤੁਸੀਂ ਸਿਰ ਫੋੜ ਦਿਓ, ਤੇ ਜੇ ਇਹ ਵੀ ਵਰਤੇ ਨੇ ਤਦ ਵੀ ਇਤਰਾਜ਼ਯੋਗ ਨੇ। ਮਤਲਬ ਕਿਸੇ ਕਾਨੂੰਨ 'ਚ, ਕਿਸੇ ਨਿਯਮ 'ਚ ਮੈਂ ਨਹੀਂ ਕਿਤੇ ਪੜਿਆ ਕਿ ਮਤਲਬ ਏਦਾਂ ਦਾ ਕੋਈ ਅਧਿਕਾਰ ਦਿੱਤਾ ਹੋਵੇ ਕਿ ਜੇਕਰ ਕੋਈ ਪੱਥਰ ਮਾਰੂਗਾ ਫਿਰ ਤੁਸੀਂ ਉਹਦਾ ਸਿਰ ਫੋੜਨਾ ਹੈ। ਮਤਲਬ ਪੱਥਰ, ਜੇ ਤੁਹਾਨੂੰ ਪਹਿਲਾਂ ਪਤਾ ਹੈ ਕਿ ਅੱਜ ਪੱਥਰ ਪੱਥਰ ਕਿਤੋਂ ਲਿਆਏ ਨੇ, ਚੱਕੇ ਨੇ, ਤੁਸੀਂ ਰੇਡ ਕਰੋ, ਇੰਟੈਲੀਜੈਂਸ ਆ, ਉਹਨੂੰ ਸਾਰਾ ਕੁਝ ਕੰਟਰੋਲ ਕਰੋ। ਸੋ ਇਹ ਚਾਲਾਂ ਪੁੱਠੀਆਂ ਇਹਨਾਂ ਦੀਆਂ ਜਿਹੜੀਆਂ ਪਈਆਂ ਨੇ। ਪੰਚਾਇਤ, ਮੈਂ ਇਹ ਕਹਿਣਾ ਕਿ ਦੂਸਰੇ ਤਰ੍ਹਾਂ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਇਸ ਗੱਲ 'ਚ ਕਰ ਰਹੀ ਹੈ। ਇਹ ਪੰਚਾਇਤ ਦੇ ਵਿੱਚ ਜਿਹੜੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਹ ਗੱਲ ਔਖੀ ਹਜਮ ਹੋ ਰਹੀ ਹੈ ਔਰ ਹੋ ਸਕਦਾ ਹੈ ਦੱਬੀ ਸੁਰ 'ਚ ਸਾਰੇ ਦੁਖੀ ਹੋਣ। ਇਹ ਵੱਡੀਆਂ ਪੰਚਾਇਤਾਂ ਕਰਕੇ ਤੇ ਜਿਹੜਾ ਅੰਦੋਲਨ 'ਚ ਜਦੋਂ ਵੱਡਾ ਧਰਨਾ ਲੱਗਦੇ ਨੇ, ਰੋਜ਼ ਹੀ ਲੱਗਦੇ ਨੇ, ਉੱਥੇ ਜਿਹੜਾ ਪਾਠ ਰੋਜ਼ ਕਿਸਾਨਾਂ ਨੂੰ ਪੜ੍ਹਾਇਆ ਜਾਂਦਾ ਹੈ, ਜਿਹੜਾ ਆਮ ਕਿਸਾਨਾਂ ਨੂੰ ਪਹਿਲਾਂ ਨਹੀਂ ਸੀ ਪਤਾ, ਹੁਣ ਉੱਥੇ ਬਦਲਵੇਂ 'ਚ ਅੱਜ ਹੋਰ 20 ਕਿਸਾਨ ਇੱਕ ਪਿੰਡ ਦੇ, ਫਿਰ 3 ਦਿਨਾਂ ਬਾਅਦ, 1 ਹਫ਼ਤੇ ਬਾਅਦ ਹੋਰ 20 ਕਿਸਾਨ, ਹੋਰ 20 ਕਿਸਾਨ। ਇਹ ਮੈਂ ਕਹਿੰਦਾ ਜੇ ਮੈਂ ਇਹਨੂੰ ਇਹ ਕਹਾਂ ਨਾ ਵੀ ਇਹ ਇੱਕ ਟਕਸਾਲ ਬਣ ਗਈ, ਇਹ ਟ੍ਰੇਨਿੰਗ ਸੈਂਟਰ ਬਣ ਗਿਆ ਇੱਕ। ਇਹ ਟ੍ਰੇਨਿੰਗ ਸੈਂਟਰ 'ਚ ਜਿਹੜਾ ਉੱਥੇ 10 ਦਿਨ ਭਾਸ਼ਣ ਸੁਣ ਕੇ ਉਹ ਟ੍ਰੇਨਡ ਹੋ ਕੇ ਆਉਂਦੇ ਨੇ ਨਾ, ਉਹ ਇੱਥੇ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੇ ਵੱਡੇ ਵੱਡਿਆਂ ਨੂੰ। ਤੇ ਇਹੀ ਕਾਰਨ ਹੈ ਕਿ ਜਦੋਂ ਰਾਜਨੀਤਿਕ ਲੋਕ ਜਾਂਦੇ ਨੇ, ਜਦੋਂ ਉੱਥੇ ਆਮ ਕਿਸਾਨ ਉਹਨਾਂ ਨੂੰ ਸਵਾਲ ਕਰਦੇ ਨੇ ਵੀ ਦੇਖੋ ਅਸੀਂ ਤੁਹਾਡੀ ਗੱਲ ਨਹੀਂ ਸੁਣਨੀ, ਪਹਿਲਾਂ ਤੁਸੀਂ ਸਾਡੇ ਸਵਾਲ ਸੁਣ ਲਓ, ਉਦੋਂ ਬਾਅਦ ਸਾਨੂੰ ਜਵਾਬ ਦੇ ਦਿਓ। ਤੇ ਉੱਥੇ ਜਿਹੜੇ ਹੋਰ ਵਿਚਾਰੇ ਮਾਤੜ ਅਨਪੜ੍ਹ ਲੋਕ ਵੀ ਬੈਠੇ ਨੇ, ਉਹਨਾਂ 'ਚ ਲੀਡਰਾਂ ਦੀ ਖਿੱਲੀ ਉੱਡਦੀ ਹੈ। ਜਦੋਂ ਖਿੱਲੀ ਉੱਡਦੀ ਹੈ ਉਹ ਉਹਨਾਂ ਨੂੰ ਬਰਦਾਸ਼ਤ ਕਰਨਾ ਔਖਾ ਹੈ। ਸੋ ਇਹ ਪੰਚਾਇਤ ਹੈ ਜਿਹੜੀ ਮਹਾ ਪੰਚਾਇਤ, ਇਹ ਇੱਕ ਇਹੋ ਜਿਹਾ ਯੰਤਰ ਕਹਿ ਲਓ ਤੇ ਇਹਨੂੰ ਸਟ੍ਰੈਟਜੀ ਕਹਿ ਲਓ, ਰਣਨੀਤੀ ਕਹਿ ਲਓ ਕਿ ਸਰਕਾਰ ਕੋਲ ਮੇਰੇ ਮੁਤਾਬਕ ਇਸ ਦਾ ਕੋਈ ਜਵਾਬ ਹੈ ਹੀ ਨਹੀਂ।
ਇਹ ਇੰਨਾ ਭਾਰੀ ਪੈ ਰਿਹਾ ਸਰਕਾਰ ਤੇ ਕਿ ਉਹਨਾਂ ਦਾ ਸਾਰਾ ਮੀਡੀਆ, ਟੀਵੀ ਚੈਨਲ, ਸਾਰੇ ਚੈਨਲ ਖਰੀਦ ਕੇ ਵੀ ਅਲਟੀਮੇਟਲੀ ਖੋਤੀ ਬੋਰਡ ਥੱਲੇ ਚਲੀ ਗਈ। ਸਾਰਾ ਕੁਝ ਉਹ ਖਰੀਦਣ ਦਾ ਮੀਨਿੰਗ ਕੋਈ ਨਹੀਂ ਨਿਕਲਿਆ। ਤੁਸੀਂ ਇਹ ਕਹਿ ਲਓ ਵੀ ਡੈਮ ਬਣਾ ਲਿਆ, ਪਾਣੀ ਫੇਰ ਵੀ ਟੁੱਟ ਗਿਆ, ਡੈਮ ਤੇ ਪੈਸੇ ਵੀ ਲੱਗ ਗਏ ਤੇ ਪਾਣੀ ਵੀ ਟੁੱਟ ਗਿਆ, ਪਾਣੀ ਵੀ ਨਹੀਂ ਬਚਿਆ। ਇਹ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਸਰਕਾਰ ਨਾਲ, ਔਰ ਇਹੀ ਕਾਰਨ ਹੈ ਇਸ ਚੀਜ਼ ਦੀ। ਮੈਨੂੰ ਲੱਗ ਰਿਹਾ ਕਿ ਕਿਸਾਨਾਂ ਨੂੰ ਇਹ ਸਮਝ ਹੈ ਕਿ ਸ਼ਾਂਤਮਈ ਰਹਿੰਦੇ ਹੋਏ ਆਹ ਤਰੀਕਾ ਹੈ ਲੋਕਾਂ ਦੇ ਵਿੱਚ ਆਪਣਾ ਸੁਨੇਹਾ, ਆਪਣਾ ਸੱਚ ਝੂਠ ਸਰਕਾਰ ਜੋ ਕਰਦੀ ਹੈ ਉਹਨੂੰ ਨੰਗਾ ਕਰੋ ਤੇ ਆਪਣੀ ਨੀਤੀ ਬਾਰੇ ਬਿਲਕੁਲ ਕਲੀਅਰ ਹੋ ਤੇ ਉਹ ਨੀਤੀ ਲੋਕਾਂ ਤੱਕ ਅੱਗੇ ਲੈ ਕੇ ਜਾਓ। ਹੁਣ ਅੱਜ ਅਨਪੜ੍ਹ ਲੋਕਾਂ ਨੂੰ ਵੀ ਇਹ ਪਤਾ ਵੀ WTO ਕੀ ਹੈ, ਅਨਪੜ੍ਹ ਲੋਕਾਂ ਨੂੰ ਵੀ ਇਹ ਪਤਾ ਵੀ ਇਹ ਮਾਡਲ ਕਿਹਾ ਜਾਏ। ਇੰਨੇ ਬਹਿਸ ਮੁਬਾਸੇ, ਪੜ੍ਹੇ ਲਿਖਿਆ ਛੱਡ, ਅਨਪੜ੍ਹਾਂ ਛੱਡ, ਆਮ ਕਿਸਾਨਾਂ ਛੱਡ, ਮਜ਼ਦੂਰਾਂ ਛੱਡ, ਹੁਣ ਇਹ ਪੋਜੀਸ਼ਨ ਆ ਗਈ ਕਿ BJP ਵੀ ਬਾਰ-ਬਾਰ ਦੁਬਾਰਾ ਫਿਰ ਬੈਕਫੁੱਟ ਤੇ ਆਈ ਹੈ। ਇੱਕ ਵਾਰੀ ਜਦੋਂ ਕਿੱਲਾਂ ਲੱਗੀ ਅਸੀਂ ਹਟ ਗਏ ਸੀ ਕਹਿਣੋਂ, ਹੁਣ ਦੁਬਾਰਾ ਫਿਰ BJP ਬਾਰ-ਬਾਰ ਇਹ ਆ ਰਹੀ ਹੈ ਕਿ ਜੀ ਕਾਨੂੰਨ ਵਾਪਸ ਨਹੀਂ ਲੈਣੇ, ਹੁਣ ਅਸੀਂ ਇਹਦਾ ਕੋਈ ਹੋਰ ਹੱਲ ਸਾਨੂੰ ਦੱਸੋ, ਅਸੀਂ ਸਾਰੀਆਂ ਸ਼ਿਕਾਇਤਾਂ ਸੁਣਨ ਨੂੰ ਤਿਆਰ ਹਾਂ। ਦੁਬਾਰਾ ਫਿਰ ਉਸ ਦਲੀਲ ਤੇ ਆਏ ਨੇ। ਮੈਨੂੰ ਨਹੀਂ ਪਤਾ ਤਿਆਰ ਹੋਣਗੇ ਕਿ ਨਹੀਂ ਹੋਣਗੇ। ਜਿਹੜਾ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਮੈਂ ਏਕ ਕਾਲ ਕੀ ਦੂਰੀ ਪੇ ਹੂੰ, ਮਤਲਬ ਇਹ ਮਹਾਂ ਪੰਚਾਇਤਾਂ ਰਾਹੀਂ ਇਹ ਸੁਨੇਹਾ ਉਹਨਾਂ ਨੇ ਲੋਕਾਂ ਨੂੰ ਦਿੱਤਾ ਵੀ ਹੁਣ ਤੁਸੀਂ ਦੇਖ ਲਿਆ ਇਹਦੀ ਇੱਕ ਕਾਲ ਕਿੱਦਾਂ ਦੀ ਹੈ ਤੇ ਇਹ ਸਾਡੇ ਤੋਂ ਕਿੰਨੀ ਦੂਰੀ ਦੀ ਹੈ, ਕਿੰਨੀ ਦੇਰ ਦੀ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ। ਅੱਛਾ, ਹੁਣ ਕਿਤੇ ਕਿਤੇ ਇਸ ਤਰ੍ਹਾਂ ਦੇ ਬਿਆਨ ਵੀ ਦਿੰਦੇ ਨੇ ਤਾਂ ਕਿ ਲੋਕ ਬਾਗੀਓ ਨਾ ਹੋ ਜਾਣ। ਮੈਂ ਇਹਨੂੰ ਏਦਾਂ ਸਮਝਦਾ ਵੀ ਥੋੜੀ ਜੀ ਫਿਰ ਉਹਨਾਂ ਨੂੰ ਇੱਕ ਕਿਰਨ ਦਿਖਾਉਂਦੇ ਨੇ ਕਿ ਨਹੀਂ ਜੀ ਅਸੀਂ ਤਾਂ ਗੱਲ ਕਰਨ ਨੂੰ ਤਿਆਰ ਹਾਂ, ਅਸੀਂ ਗੱਲ ਕਰਨ ਨੂੰ ਤਿਆਰ ਹਾਂ। ਫਿਰ ਕੁਛ ਦਿਨਾਂ ਬਾਅਦ ਖੇਤੀ ਮੰਤਰੀ ਕਹਿੰਦੇ ਨੇ ਵੀ ਅਸੀਂ ਸੁਨੇਹਾ ਭੇਜ ਰਹੇ ਹਾਂ ਉਹਨਾਂ ਨੂੰ। ਏਦਾਂ ਦੇ ਥੋੜੇ ਦਿਨਾਂ ਬਾਅਦ ਛੱਡ ਕੇ ਇਨਫੋਰਮੇਸ਼ਨ ਦਿੰਦੇ ਨੇ ਉਹਨਾਂ ਨੂੰ ਟਿਕਾਉਣ ਦੇ ਲਈ। ਸੋ ਇਹ ਜਿਹੜੀ ਮਹਾਂ ਪੰਚਾਇਤ ਹੈ ਇਹ ਉਹਨਾਂ ਦਾ ਬਹੁਤ ਹੀ, ਮੈਂ ਕਹੂੰਗਾ ਕਿ ਰਾਮਬਾਣ ਹੈ ਆਪਦੇ ਆਪ 'ਚ। ਇਹ ਬਹੁਤ ਕਮਾਲ ਦਾ ਹਥਿਆਰ ਹੈ ਔਰ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਹੀ ਹੋਇਆ ਕਰਦਾ। ਇਹੋ ਜਿਹੇ ਹਥਿਆਰ ਬਹੁਤ ਹੀ ਕਾਮਯਾਬ ਹੁੰਦੇ ਨੇ ਔਰ ਇੱਥੇ ਹੋਇਆ ਹੈ। ਅੱਛਾ ਧਾਲੀਵਾਲ ਸਾਹਿਬ, ਇੱਕ ਚੀਜ਼ ਹੋਰ ਹੈ, ਜਿਸ ਤਰ੍ਹਾਂ ਤੁਸੀਂ ਕਰਨਾਲ ਘਟਨਾ ਦਾ ਜ਼ਿਕਰ ਕੀਤਾ ਤਾਂ ਹਰਿਆਣਾ ਦੇ ਸਿਰਸਾ ਦੇ ਵਿੱਚ, ਸੋਨੀਪਤ ਦੇ ਵਿੱਚ, ਪਾਣੀਪਤ, ਜਿਹੜੇ ਹੋਰ ਕੈਥਲ ਤੇ ਹੋਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਰੀਬ ਕਿਸਾਨਾਂ ਦੇ 2500 ਕਿਸਾਨਾਂ ਤੇ ਪਰਚੇ ਦਰਜ ਕੀਤੇ ਗਏ ਨੇ, ਜਿਸ ਦੇ ਉੱਤੇ ਦਰਸ਼ਨਪਾਲ ਹੋਰਾਂ ਦਾ ਕਹਿਣਾ ਕਿ ਬਿਨਾਂ ਸ਼ਰਤ ਜਿਹੜੇ ਇਹ ਪਰਚੇ ਰੱਦ ਕਰਨੇ ਚਾਹੀਦੇ ਨੇ। ਤੇ ਦੂਸਰੇ ਪਾਸੇ ਜਿਹੜੇ ਗੁਰਨਾਮ ਸਿੰਘ ਝੜੂਨੀ ਤੇ ਰਾਕੇਸ਼ ਟਕੈਤ ਸਾਹਿਬ ਨੇ, ਉਹਨਾਂ ਦਾ ਜਿੱਥੇ ਜਿਹੜੇ ਗੁਰਨਾਮ ਝੜੂਨੀ ਸਾਹਿਬ ਹੋਰਾਂ ਨੇ ਕੁਝ ਬੀਤੇ ਦਿਨੀ ਮੰਗਾਂ ਰੱਖੀਆਂ ਸੀਗੀਆਂ ਸਰਕਾਰ ਦੇ ਅੱਗੇ, ਹੁਣ ਉਸ ਉੱਤੇ ਟਕੈਤ ਸਾਹਿਬ ਨੇ ਕਿਹਾ ਕਿ ਮੰਗਾਂ ਉਹਨਾਂ ਦੇ ਸਾਹਮਣੇ ਰੱਖੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਨਾਲ ਕੋਈ ਸਮਝੌਤਾ ਹੁੰਦਾ ਹੈ, ਜਿਨ੍ਹਾਂ ਦੇ ਨਾਲ ਲੜਾਈ ਚੱਲਦੀ ਹੋਵੇ ਉਹ ਉਹਨਾਂ ਦੇ ਸਾਹਮਣੇ ਮੰਗਾਂ ਨਹੀਂ ਰੱਖੀ ਦੀਆਂ। ਇਸ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਪਿਛਲੇ ਸਮੇਂ ਦੇ ਵਿੱਚੋਂ ਜਿਹੜੇ ਗੁਰਨਾਮ ਸਿੰਘ ਝੜੂਨੀ ਨੇ, ਜੇ ਆਪਾਂ ਖਬਰਾਂ ਦਾ ਐਨਾਲਿਸਿਸ ਕਰੀਏ, ਕਿਉਂਕਿ ਸਾਡੇ ਕੋਲੇ ਤਾਂ ਖਬਰ ਹੀ ਨੇ, ਹੁਣ ਆਪਾਂ ਝੜੂਨੀ ਸਾਹਿਬ ਦੀ ਇੰਟਰਵਿਊ ਤਾਂ ਕੀਤੀ ਨਹੀਂ, ਉਹ ਕੀ ਚਾਹੁੰਦੇ ਨੇ, ਉਹ ਖਬਰਾਂ 'ਚੋਂ ਇਹ ਲੱਗਿਆ ਕਿ ਕਿਤੇ ਨਾ ਕਿਤੇ ਗੁਰਨਾਮ ਸਿੰਘ ਝੜੂਨੀ ਆਪਣੀ ਜਿਹੜੀ ਰਾਜਨੀਤਿਕ ਇੱਛਾ ਸ਼ਕਤੀ ਹੈ ਨਾ ਉਹ ਜ਼ਾਹਰ ਕਰ ਚੁੱਕੇ ਨੇ ਵੀ ਮੈਂ ਸਿਆਸਤ 'ਚ, ਜਿਵੇਂ ਐਂ ਲੱਗ ਰਿਹਾ ਵੀ ਜਿਵੇਂ ਉਹਨਾਂ ਦਾ ਸਿਆਸਤ 'ਚ ਆਉਣ ਨੂੰ ਦਿਲ ਕਰਦਾ, ਮਤਲਬ ਏਦਾਂ ਦੇ ਸੰਕੇਤ ਉਹ ਦੇ ਚੁੱਕੇ ਨੇ। ਸੋ ਇਸ ਕਰਕੇ ਹੋ ਸਕਦਾ ਉਹਨਾਂ ਦਾ ਜਿਹੜਾ ਸਿਆਸੀ ਆਕਾ ਹੈ ਕੋਈ, ਉਹ ਇਸ ਚੱਕਰ 'ਚ ਹੋਵੇ ਵੀ ਤੁਹਾਡਾ ਕੋਈ ਸਮਝੌਤਾ ਕਰਾ ਦੇਣਾ, ਚਾਹੇ ਕਾਂਗਰਸ 'ਚ ਚਾਹੇ BJP 'ਚ। ਪਰੰਤੂ ਇਹ ਜਿਹੜੇ ਨੇਤਾ ਨੇ ਹਾਲੇ ਇਹਨਾਂ ਨੇ ਬੜਾ ਕਲੀਅਰ, ਟਾਈਮ ਵੀ ਬਹੁਤ ਪਿਆ ਵੈਸੇ ਹਜੇ, ਉਹਨਾਂ ਨੇ ਬੜਾ ਕਲੀਅਰ ਸਟੈਂਡ ਲੈ ਲਿਆ ਕਿ ਜੀ ਅਸੀਂ ਦੇਖੋ ਰਾਜਨੀਤੀ ਨਹੀਂ ਕਰਨੀ, ਹਾਂ ਜਿਹੜੀਆਂ ਪਾਰਟੀਆਂ ਅਸੀਂ ਮਾਰਕ ਕਰਾਂਗੇ, ਇੱਕ ਸਾਡੀ ਮਾਰਕ ਕੀਤੀ ਹੋਈ ਆ ਉਹਨੂੰ ਕਿਸੇ ਵੀ ਕੀਮਤ ਤੇ ਵੋਟ ਨਹੀਂ ਪਾਉਣੀ, ਉਸ ਤੋਂ ਬਾਅਦ ਕਿਹਨੂੰ ਪਾਉਣੀ ਅਸੀਂ ਦੇਖਾਂਗੇ, ਅਸੀਂ ਉਹਦਾ ਤੁਲਨਾਤਮਕ ਅਧਿਐਨ ਕਰਾਂਗੇ ਕਿਹਨੂੰ ਪਾਉਣੀ ਹੈ ਕਿਹਨੂੰ ਨਹੀਂ ਪਾਉਣੀ, ਉਹਦੇ ਵਿੱਚੋਂ ਕੀ ਰਿਜ਼ਲਟ ਨਿਕਲਦਾ ਹੈ। ਇੱਥੇ ਆ ਕੇ ਸਰਕਾਰਾਂ ਦਾ ਜ਼ੋਰ ਬਹੁਤ ਲੱਗੂਗਾ। ਉਹ ਇਹਨਾਂ ਚੋਂ ਵੀ ਦੇਖੋ, ਮਾਫ ਕਰਨਾ ਮੈਨੂੰ ਇਹ ਗੱਲ ਕਹਿਣੀ ਤਾਂ ਚੰਗੀ ਨਹੀਂ ਲੱਗਦੀ, ਸਿਆਸਤ ਦੇ ਵਿੱਚ ਉਹ ਹਰ ਹਰਬਾ ਵਰਤ ਲੈਂਦੇ ਹੁੰਦੇ ਨੇ। ਮਤਲਬ ਕੋਈ ਮੇਰੇ ਵਰਗਾ ਛੋਟਾ ਲੀਡਰ ਹੈ, ਉਹਨੂੰ ਪੈਸੇ ਦਾ ਲਾਲਚ ਵੀ ਦੇਣਗੇ, ਉਹਨੂੰ ਗੱਦੀ ਦਾ ਲਾਲਚ ਵੀ ਦੇਣਗੇ। ਜਿਵੇਂ ਸਾਡੇ ਇੱਕ ਕਿਸਾਨ ਯੂਨੀਅਨ ਦੇ ਨੇਤਾ ਪਹਿਲਾਂ ਇੱਕ ਮਾਰਕੀਟ ਬੋਰਡ ਦੇ ਚੇਅਰਮੈਨ ਰਹਿ ਗਏ, ਹੋ ਸਕਦਾ ਹੁਣ ਵੀ ਕਿਸੇ ਨੂੰ ਹੋਰ ਲਾਲਚ ਦੇਣ ਵੀ ਤੁਸੀਂ ਥੋੜਾ ਸਾਇਲੈਂਟ ਹੋ ਜਾਂ ਤੁਸੀਂ ਫੁੱਟ ਪਾਉਣ ਲਈ ਕੋਈ ਯਤਨ ਕਰੋ। ਏਦਾਂ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ ਅੰਦੋਲਨਾਂ ਦੇ ਵਿੱਚ। ਪਰ ਫਿਰ ਵੀ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਇਹ ਅੰਦੋਲਨ ਹੈ ਹਾਲੇ ਤੱਕ ਇਹ ਨਵੇਕਲੀ ਕਿਸਮ ਦਾ, ਸਾਰੇ ਨੇਤਾਵਾਂ ਤੇ ਇੰਨਾ ਦਬਾਅ ਹੈ
ਔਰ ਉਸ ਦਬਾਅ ਦੇ ਵਿੱਚ ਉਹਨਾਂ ਨੇਤਾਵਾਂ ਨੇ ਇੱਕ ਜਿਹੜੀ ਉਹਨਾਂ ਦੇ ਪੱਖ 'ਚ ਗੱਲ ਜਾਂਦੀ ਹੈ ਇਹ ਕਿ ਉਹਨਾਂ ਸਾਰਿਆਂ ਨੇ ਆਪਣੇ ਕੱਦ ਨੂੰ ਐਡਾ ਵੱਡਾ ਕੀਤਾ ਤੇ ਹਰ ਗੱਲ ਤੇ ਕਿਸਾਨਾਂ ਨੂੰ ਇਹ ਕਿਹਾ ਕਿ ਅਸੀਂ ਮਰਦੇ ਦਮ ਤੱਕ ਕਿਸਾਨਾਂ ਨਾਲ ਖੜਾਂਗੇ। ਝੜੂਨੀ ਸਾਹਿਬ ਨੇ ਤਾਂ ਇਹ ਵੀ ਕਹਿਤਾ ਵੀ ਮੇਰੇ ਮਤਭੇਦ ਰਹਿੰਦੇ ਹੋਏ ਵੀ ਮੈਂ ਸੰਯੁਕਤ ਮੋਰਚੇ ਦੇ ਨਾਲ ਰਹੂੰਗਾ। ਇਸ ਕਰਕੇ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਇਹ ਸੰਯੁਕਤ ਮੋਰਚੇ ਤੋਂ ਇੱਕਦਮ ਬਾਹਰ ਆਊਗਾ ਉਹਦੇ ਲਈ ਕੋਈ ਰਾਜਨੀਤਿਕ ਜ਼ਮੀਨ ਮੈਨੂੰ ਨਹੀਂ ਲੱਗਦਾ ਕਿ ਬਚੇਗੀ। ਉਹਦੇ ਲਈ ਕੋਈ ਬਹੁਤ ਸਥਾਨ ਮਤਲਬ ਰਾਜਨੀਤਿਕ ਸਥਾਨ ਜੋਗੀ ਜ਼ਮੀਨ ਨਹੀਂ ਬਚੇਗੀ। ਇਸ ਕਰਕੇ ਪ੍ਰੈਸ਼ਰ ਉਹਨਾਂ ਤੇ ਨਹੀਂ ਆਏਗਾ। ਦੂਸਰਾ ਜਿਹੜਾ ਉਹਨਾਂ ਨੂੰ ਲੱਗਦਾ, ਸਾਰੇ ਨੇਤਾਵਾਂ ਨੂੰ ਹੀ ਲੱਗਦਾ ਹੁੰਦਾ ਵੀ ਮੇਰਾ ਕਾਡਰ ਹੈ, ਇੰਨੇ ਕੁ ਮੇਰੀ ਯੂਨੀਅਨ ਦੇ ਨੇ, ਇੰਨੇ ਮੇਰੀ ਯੂਨੀਅਨ ਦੇ ਨੇ। ਜਦੋਂ ਇੱਦਾਂ ਦੀ ਕੋਈ ਗੱਲ ਹੋ ਗਈ ਮੈਨੂੰ ਨਹੀਂ ਲੱਗਦਾ, ਕਿਉਂਕਿ ਇਸ ਅੰਦੋਲਨ ਜਿਹੜਾ ਇਹ ਅੰਦੋਲਨ ਹੈ ਇਹ ਨੋ ਡਾਊਟ ਅੰਦੋਲਨ ਕਾਡਰ ਦੇ ਚੱਲਦੇ ਨੇ, ਪਰ ਇਸ ਅੰਦੋਲਨ ਦੇ ਵਿੱਚ ਜਿੰਨੇ ਲੋਕ ਕਾਡਰ ਦੇ ਨੇ ਉਹਨਾਂ ਤੋਂ ਕਿਤੇ ਵੱਧ ਗਿਣਤੀ ਹੈ ਜਿਹੜੀ ਉਹ ਆਪ ਮੁਹਾਰੇ ਆਏ ਲੋਕਾਂ ਦੀ ਹੈ। ਤੇ ਉਹ ਆਪ ਮੁਹਾਰੇ ਆਏ ਲੋਕ ਜਦੋਂ ਕੋਈ ਕਾਡਰ ਵਾਲਾ ਨੇਤਾ ਬੈਕ ਹੋਇਆ ਨਾ, ਆਪ ਮੁਹਾਰੇ ਵਾਲੇ ਲੋਕ ਉਹਦੇ ਨਾਲ ਨਹੀਂ ਜਾਣਗੇ ਤੇ ਪਰਸੈਪਸ਼ਨ ਇੱਕਦਮ ਇਹ ਬਣੇਗੀ ਕਿ ਇਹ ਨੇਤਾ ਦਾ ਫਲਾਪ ਹੈ, ਇਹਦੇ ਨਾਲ ਲੋਕ ਨਹੀਂ ਹੈਗੇ। ਇਸੇ ਕਾਰਨ ਕਰਕੇ ਕਿਸੇ ਨੇਤਾ ਦੀ ਇਹ ਸਮਰੱਥਾ ਨਹੀਂ ਕਿ ਜੇਕਰ ਉਹ ਆਪਣੀ ਕਿਸੇ ਖੁਦਗਰਜੀ 'ਚ ਡੁੱਬ ਕੇ ਕਿਸੇ ਰਾਜਨੀਤਿਕ ਪਾਰਟੀ ਤੋਂ ਲਾਲਚ ਲੈ ਕੇ ਮਤਲਬ ਕੋਈ ਤਾਰ ਪੀਡੋ ਕਰਨ ਵਾਲੀ ਗੱਲ ਕਰੇ, ਇੱਥੇ ਹਾਲੇ ਉਹ ਮੈਨੂੰ ਨਹੀਂ ਦਿਖਾਈ ਦੇ ਰਿਹਾ ਕਿ ਇੱਥੇ ਇੰਨਾ ਸੌਖਾ ਹੈ ਕੰਮ। ਜਿੱਥੇ ਆਪਾਂ ਇਹ 31-32 ਜਥੇਬੰਦੀਆਂ ਸਿੱਧੀਆਂ ਨੇ, ਉਹਦੇ ਵਿੱਚ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ। ਮਤਲਬ ਦੇਖੋ, ਇਹ ਤਾਂ ਜਦੋਂ ਸਟਾਰਟ ਤੇ ਕੰਮ ਹੋਇਆ ਤਾਂ ਲੋਕਾਂ ਨੇ ਟਕੈਤ ਸਾਹਿਬ ਬਾਰੇ ਵੀ ਕਿਹਾ ਕਿ ਜੀ ਟਕੈਤ ਵੀ ਸੌਦਾ ਕਰ ਸਕਦੇ ਨੇ, ਇਹ ਕਰ ਸਕਦੇ ਨੇ, ਉਹ ਕਰ ਸਕਦੇ ਨੇ, ਪਰ ਹੌਲੀ ਹੌਲੀ ਮੈਨੂੰ ਲੱਗਦਾ ਉਹਨਾਂ ਤੇ ਵੀ ਇੱਕ ਪ੍ਰੈਸ਼ਰ ਉੱਦਾਂ ਦਾ ਬਣ ਗਿਆ। ਮਤਲਬ ਉਹਨਾਂ ਨੂੰ ਵੀ ਹੁਣ ਔਖਾ ਲੱਗਦਾ ਹੋਊਗਾ, ਕਿਉਂਕਿ ਜਦੋਂ ਤੁਸੀਂ ਆਪਣੀ ਦਿੱਤੀ ਜ਼ਬਾਨ ਤੋਂ ਪਿੱਛੇ ਹਟਦੇ ਹੋ, ਮਤਲਬ ਤੁਸੀਂ ਦੱਸੋ ਨਾ ਕਿ ਮੋਦੀ ਜੀ ਦਾ, ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ, ਉਹਨਾਂ ਦਾ ਸਭ ਤੋਂ ਵੱਧ ਜਲੂਸ ਇਸੇ ਗੱਲ ਤੇ ਨਿਕਲ ਰਿਹਾ ਨਾ, ਜਿਹੜਾ ਉਦੋਂ ਗੱਲਾਂ ਮਾਰੀਆਂ ਗਈਆਂ ਵੀ 15-15 ਲੱਖ ਇੱਕ ਦੇ ਖਾਤੇ 'ਚ ਜਮ੍ਹਾਂ ਕਰਾਵਾਂਗੇ, ਆਹ ਹੋਏਗਾ, ਨੌਕਰੀਆਂ ਦੇਵਾਂਗੇ, ਆਹ ਦੇਵਾਂਗੇ। ਤੇ ਹੁਣ ਦੂਜੇ ਪਾਸੇ ਜਦੋਂ ਅਸਲ ਦਿਖਾਈ ਦੇ ਰਿਹਾ ਕਿ ਹੁਣ ਅਸੀਂ ਆਹ ਵੀ ਵੇਚਤਾ, ਉਹ ਕਥਨੀ ਤੇ ਕਰਨੀ 'ਚ ਜਦੋਂ ਫਰਕ ਦਿਖਾਈ ਦਿੰਦਾ ਉਦੋਂ ਲੋਕਾਂ ਨੂੰ ਸਮਝ 'ਚ ਆ ਜਾਂਦੀ ਹੈ ਕਿ ਇਹ ਸਭ ਝੂਠ ਬੋਲਦਾ ਹੈ। ਗੋਦੀ ਮੀਡੀਆ ਰਾਹੀਂ ਇਹਨਾਂ ਸਾਰੀਆਂ ਗੱਲਾਂ ਤੇ ਪਰਦਾ ਪਾ ਲਿਆ ਸੀ, ਲੇਕਿਨ ਕਿਸਾਨ ਯੂਨੀਅਨ ਨੇ ਆਪਣੇ ਮਹਾਪੰਚਾਇਤ ਵਾਲੇ ਰਾਮਬਾਣ ਰਾਹੀਂ ਉਹ ਪਰਦੇ ਵੀ ਸਾਰੇ ਨੰਗੇ ਕਰਤੇ ਕਿ ਦੇਖੋ ਜੀ ਹੁਣ ਜਦੋਂ ਟਕੈਤ ਕਹਿੰਦੇ ਨੇ ਨਾ ਵੀ SNL ਵੀ ਵਿਕ ਗਿਆ। ਦੂਸਰਾ ਉਹ ਮਹਾਪੰਚਾਇਤ ਰਾਹੀਂ ਜਿਹੜਾ ਇੱਕ ਨਾਰਾ ਮੈਨੂੰ ਇਹ ਲੱਗਦਾ ਵੀ ਟਕੈਤ ਨੇ ਜਿਹੜਾ ਉਹ ਦਿੱਤਾ ਹੈ, ਮੈਂ ਕਈ ਵਾਰੀ ਸੁਣਦਾ TV ਤੇ, ਕਿਸੇ BJP ਦੇ ਪ੍ਰਵਕਤਾ ਕੋਲ ਉਹਦਾ ਬਿਆਨ ਨਹੀਂ। ਜਦੋਂ ਉਹ ਇਹ ਗੱਲ ਪੁੱਛਦੇ ਨੇ ਨਾ ਵੀ ਸਾਨੂੰ ਦੋ ਗੱਲਾਂ ਦੇ ਜਵਾਬ ਦਿਓ ਕਿ ਪਾਰਲੀਮੈਂਟ ਵੱਡੀ ਹੁੰਦੀ ਹੈ ਜਾਂ ਕਾਰਪੋਰੇਟ ਵੱਡਾ ਹੁੰਦਾ ਹੈ, ਸਾਨੂੰ ਇੱਕ ਗੱਲ ਦਾ ਇਹ ਜਵਾਬ ਦਿਓ ਕਿ ਸਰਕਾਰ ਹੈ ਜਿਹੜੀ ਇਹ ਲੋਕਾਂ ਦੀ ਹੈ ਜਾਂ BJP ਦੀ ਹੈ ਜਾਂ ਕਿਸੇ ਦੀ ਹੋਰ ਹੈ। ਜਦੋਂ ਵੀ ਕੋਈ ਪ੍ਰਵਕਤਾ ਕਹਿੰਦਾ ਕਿ BJP ਦੀ ਸਰਕਾਰ ਹੈ, ਉਹ ਕਹਿੰਦੇ ਨਾ, ਨਾਰਾ ਤਾਂ ਇਹ ਸੀ ਕਿ ਅਬ ਕੀ ਬਾਹਰ ਮੋਦੀ ਸਰਕਾਰ, BJP ਦੀ ਸਰਕਾਰ ਦਾ ਤਾਂ ਨਾਰਾ ਹੀ ਨਹੀਂ ਸੀ। ਆਮ ਲੋਕਾਂ ਨੂੰ ਫਿਰ ਸਮਝ 'ਚ ਆਉਂਦੀ ਹੈ ਉਸੇ ਜਿਹੜਾ ਮੈਂ ਕਹਿਣਾ ਮੀਡੀਆ ਰਾਹੀਂ, ਪੰਚਾਇਤ ਮੀਡੀਆ ਰਾਹੀਂ, ਕਿ ਯਾਰ ਗੱਲ ਤਾਂ ਸਹੀ ਹੈ। ਫਿਰ ਜਦੋਂ ਪੁੱਛਦੇ ਨੇ ਵੀ ਜੇ ਪਾਰਲੀਮੈਂਟ ਵੱਡੀ ਹੁੰਦੀ ਹੈ ਤੇ 3 ਕਾਨੂੰਨ ਖੇਤੀ ਦੇ ਹਲੇ ਬਣੇ ਨਹੀਂ ਤੇ ਗਡਾਊਨਾਂ ਨੂੰ ਜ਼ਮੀਨ ਪਹਿਲਾਂ ਹੀ ਦੇਤੀ, ਮਤਲਬ ਫਿਰ ਇਹਦਾ ਮਤਲਬ ਸਰਕਾਰ ਕੋਈ ਹੋਰ ਚਲਾ ਰਿਹਾ। ਇਹ ਫੈਸਲੇ ਕਿਤੋਂ ਹੋਰ ਹੋ ਰਹੇ ਨੇ, ਪਾਰਲੀਮੈਂਟ ਨੇ ਤਾਂ ਜੇ ਫੈਸਲਾ ਕੀਤਾ ਹੀ ਨਹੀਂ, ਉਹਨਾਂ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਕਿ ਗਡਾਊਨ ਬਣਾਓ ਜੀ, ਵੱਡੇ ਫਟਾਫਟ ਏਦਾਂ ਦਾ ਕਾਨੂੰਨ ਬਣੂਗਾ। ਉਸ ਗੱਲ ਦਾ ਮੈਨੂੰ ਨਹੀਂ ਲੱਗਦਾ ਹਾਲੇ ਕੋਈ ਸਰਕਾਰ ਕੋਲ ਉਹਦਾ ਕੋਈ ਢੁਕਵਾਂ ਜਵਾਬ ਨਹੀਂ ਆਇਆ, ਕਿਸੇ ਵੀ ਮੰਤਰੀ ਕੋਲ। ਕਿਸੇ ਕੋਲ ਮਤਲਬ ਸਾਡੀ ਉਹ ਮਾਨਯੋਗ ਮੰਤਰੀ ਬੀਬੀ ਹੈ ਜਿਹੜੀ ਸਿਲੰਡਰ ਲੈ ਕੇ ਬੜੀ ਹੜਤਾਲ ਕਰਦੀ ਸੀ, ਚੂੜੀਆਂ ਗਾੜੀਆਂ ਭੇਜਦੀ ਸੀ, ਉਹ 300 ਤੋਂ 900 ਦਾ ਸਿਲੰਡਰ ਹੋ ਗਿਆ। ਅੱਜ ਕਿਸੇ ਨੇ ਬੜਾ ਕਮਾਲ ਦਾ ਜੋਕ ਪਾਇਆ, ਜਦੋਂ 300 ਦਾ ਸਿਲੰਡਰ ਸੀ ਉਦੋਂ ਬੀਬੀ ਜੀ ਦੀ ਬਹੁਤ ਪਤਲੀ ਜੀ ਫੋਟੋ ਪਾਈ ਹੈ ਤੇ ਹੁਣ ਉਹਨਾਂ ਦੀ ਲੇਟੈਸਟ ਫੋਟੋ ਪਾ ਦਿੱਤੀ ਕਿ ਸਿਲੰਡਰ ਦਾ ਵੇਟ ਹੁਣ ਇਹਦੇ ਮੁਤਾਬਕ ਏਦਾਂ ਵੱਧ ਗਿਆ। ਸੋ ਇਹ ਮਹਾਪੰਚਾਇਤ ਰਾਹੀਂ ਜਾਂ ਜਿਹੜੇ ਇਹਨਾਂ ਨੇ ਮੀਡੀਆ ਦੇ ਵਿੱਚ ਮਹਾਪੰਚਾਇਤ ਰਾਹੀਂ ਮੋਬਾਈਲਾਂ ਤੇ ਉਹ ਬਣਿਆ ਗਰੁੱਪਸ ਬਣੇ ਨੇ, ਉਹਨਾਂ ਰਾਹੀਂ ਇਹ ਮੈਸੇਜ TV ਮੀਡੀਆ ਦੀ ਲੋੜ ਹੀ ਨਹੀਂ ਪੈਂਦੀ। ਮਤਲਬ ਉਹ ਮੈਸੇਜ ਇਹਨਾਂ ਨੇ ਘਰ ਘਰ ਪਹੁੰਚਾਤਾ ਹੈ। ਇਸ ਕਰਕੇ ਇਹ ਗੱਲ ਬਹੁਤ ਕਮਾਲ ਦੀ ਹੈ।
ਪਰ ਇਹ ਜਿਹੜੀ ਗੱਲ ਹੈ, ਤੁਸੀਂ ਮਤਭੇਦ ਹੁੰਦੇ ਹੋਏ ਵੀ ਆ ਜਿਹੜਾ ਮੀਡੀਆ ਵਾਲਾ ਇਹਨਾਂ ਦਾ ਰਾਮਬਾਣ ਹੈ, ਇਹਨਾਂ ਨੇ ਉਹ ਨੇਤਾਵਾਂ ਤੇ ਵੀ ਇੰਨਾ ਪ੍ਰਭਾਵ ਪਕੜਿਆ ਹੋਇਆ ਹੈ ਕਿ ਹੁਣ ਤੁਸੀਂ ਉਹਨਾਂ ਬਣਾ ਹਿੱਲ ਨਹੀਂ ਸਕਦੇ। ਜੇ ਹਿੱਲੋਗੇ ਤਾਂ ਤੁਹਾਡੀ ਵੀ ਖੈਰ ਨਹੀਂ, ਉਹਨਾਂ ਨੂੰ ਆਪਦਾ ਡਰ ਹੈ। ਇਹ ਮੈਨੂੰ ਲੱਗਦਾ ਕਿ ਮਤਭੇਦ ਹੁੰਦੇ ਹੋਏ ਵੀ ਮੋਰਚਾ ਸਫਲਤਾਪੂਰਵਕ ਚੱਲੂਗਾ। ਜੀ ਧਾਲੀਵਾਲ ਸਾਹਿਬ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ। ਇਹ ਸਨ ਸਾਡੇ ਨਾਲ ਰਣ ਸਿੰਘ ਧਾਲੀਵਾਲ, ਜਿਨ੍ਹਾਂ ਨੇ ਪੰਜਾਬ ਦੇ ਵੱਡੇ ਤੇ ਅਹਿਮ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ਨੇ। ਉਹਨਾਂ ਦੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਲੱਗੇ ਨੇ, ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਰੱਬ ਰਾਖਾ।